ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬੀ ਅਤੇ ਪੰਜਾਬੀਅਤ ਦੇ ਨਾਲ ਜੁੜੀਆਂ ਖਾਸ ਖਬਰਾਂ। ਸਭ ਤੋਂ ਪਹਿਲਾਂ ਸਿੱਧਾ ਰੁਖ ਕਿਸਾਨੀ ਅੰਦੋਲਨ ਦੇ ਵੱਲ ਕਰਾਂਗੇ। ਕਿਸਾਨ ਜਥੇਬੰਦੀਆਂ ਦਾ ਸੰਘਰਸ਼ ਇੱਕ ਪਾਸੇ ਜਿੱਥੇ ਜਾਰੀ ਹੈ, ਉਧਰ ਦੂਜੇ ਪਾਸੇ ਹੁਣ ਦੇਸ਼ ਦੇ ਵਿੱਚ ਅੱਜ ਬੰਦ ਦੀ ਕਾਲ ਦਿੱਤੀ ਗਈ ਹੈ। ਦੱਸ ਦਈਏ ਕਿ ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਸ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਅੱਜ ਪੂਰੇ ਭਾਰਤ ਦੇ ਵਿੱਚ ਵਪਾਰੀ ਵਰਗ ਦੇ ਵੱਲੋਂ ਬੰਦ ਦੀ ਕਾਲ ਦਿੱਤੀ ਗਈ ਹੈ। ਦੱਸਦੀ ਕਿ ਇਸ ਬੰਦ ਦੇ ਪਿੱਛੇ ਕਾਰਨ ਦੱਸਿਆ ਜਾ ਰਿਹਾ ਹੈ ਕਿ ਦੇਸ਼ ਦੇ ਵਿੱਚ ਜੋ GST ਸਿਸਟਮ ਚੱਲ ਰਿਹਾ ਹੈ ਉਸ ਦੇ ਵਿੱਚ ਹੁਣ ਤੱਕ 900 ਦੇ ਲਗਭਗ ਵਾਰ ਸੋਧਾਂ ਹੋ ਚੁੱਕੀਆਂ ਨੇ, ਜੋ ਕਿ ਇਸ ਸਿਸਟਮ ਦੀ ਕਿਤੇ ਨਾ ਕਿਤੇ ਕਮੀਆਂ ਨੂੰ ਉਜਾਗਰ ਕਰ ਰਿਹਾ। ਇਸ ਕਰਕੇ ਉਹਨਾਂ ਨੇ ਮੰਗ ਕੀਤੀ ਹੈ ਕਿ ਇਸ ਸਿਸਟਮ ਨੂੰ ਇੱਕ ਵਾਰ ਫਿਰ ਤੋਂ ਜਾਂਚਿਆ ਪੜਤਾਲਿਆ ਜਾਵੇ ਅਤੇ GST ਭੁਗਤਾਨ ਨੂੰ ਸਰਲ ਕੀਤਾ ਜਾਵੇ। ਉਧਰ ਗੱਲ ਕਿਸਾਨਾਂ ਦੀ ਕਰੀਏ ਤਾਂ ਪੂਰੇ ਮੁਲਕ ਦੇ ਵਿੱਚ ਕਿਸਾਨਾਂ ਦਾ ਰੋਹ ਹੁਣ ਖੇਤੀ ਕਾਨੂੰਨਾਂ ਦੇ ਖਿਲਾਫ ਵਧਦਾ ਜਾ ਰਿਹਾ ਹੈ। ਲਗਾਤਾਰ ਕਿਸਾਨਾਂ ਦੇ ਵੱਲੋਂ ਵੱਖੋ ਵੱਖਰੇ ਐਲਾਨ ਕੀਤੇ ਜਾ ਰਹੇ ਨੇ ਤੇ ਬੀਤੇ ਦਿਨੀ ਰਕੇਸ਼ ਟਕੈਤ ਦੇ ਵੱਲੋਂ ਦਿੱਤਾ ਗਿਆ ਇੱਕ ਬਿਆਨ ਹੁਣ ਪੂਰੇ ਭਾਰਤ ਦੇ ਵਿੱਚ ਰੰਗ ਵਿਖਾ ਰਿਹਾ ਹੈ। ਹਾਲਾਂਕਿ ਇਸ ਬਿਆਨ ਨੂੰ ਲੈ ਕੇ ਰਕੇਸ਼ ਟਕੈਤ ਅਤੇ ਖੁਦ ਇਸ ਦੇ ਉੱਤੇ ਕਿਸਾਨ ਆਗੂ ਗੁਰਨਾਮ ਸਿੰਘ ਚੁੰਨੀ ਕਹਿ ਚੁੱਕੇ ਨੇ ਕਿ ਆਪਣੀਆਂ ਫਸਲਾਂ ਖੁਦ ਖਰਾਬ ਨਾ ਕਰੋ। ਪਰ ਲਗਾਤਾਰ ਹਰਿਆਣੇ ਅਤੇ ਪੰਜਾਬ ਦੇ ਵਿੱਚੋਂ ਵੀ ਅਜਿਹੀਆਂ ਤਸਵੀਰਾਂ ਸਾਹਮਣੇ ਆਉਣ ਲੱਗੀਆਂ ਨੇ ਜਿੱਥੇ ਕਿਸਾਨ ਖੁਦ ਆਪਣੀ ਫਸਲ ਨੂੰ ਆਪਣੇ ਹੱਥੀਂ ਨਸ਼ਟ ਕਰ ਰਹੇ ਨੇ ਤੇ ਇਹਨਾਂ ਖੇਤੀ ਕਾਨੂੰਨਾਂ ਦੇ ਖਿਲਾਫ ਵਿਰੋਧ ਜ਼ਾਹਰ ਕਰ ਰਹੇ ਨੇ। ਤਸਵੀਰਾਂ ਵਿਖਾਉਂਦੇ ਆ ਜਿਨ੍ਹਾਂ ਤਸਵੀਰਾਂ ਦੇ ਵਿੱਚ ਖੁਦ ਟਰੈਕਟਰ ਲੈ ਕੇ ਆਪਣੀ ਫਸਲ ਖਰਾਬ ਭਾਵ ਕਿ ਨਸ਼ਟ ਕਰਦਾ ਨਜ਼ਰ ਆ ਰਿਹਾ ਕਿਸਾਨ, ਤੇ ਉਹਨਾਂ ਨੇ ਇਹਨਾਂ ਖੇਤੀ ਕਾਨੂੰਨਾਂ ਦੇ ਖਿਲਾਫ ਆਪਣਾ ਰੋਸ ਦਾ ਪ੍ਰਗਟਾਵਾ ਕਰਨ ਦਾ ਵੱਖਰਾ टीम। किसान तो जी किसान ही बर्बाद है, फसलों क्या बर्बाद करेगा। 5 साल हो गए, 5 साल तो गन्ने एक रुपया नहीं बढ़ा, मुंजी वह फिर चली गई। अब यह फसल पैदा ही करके क्या करें, खैली खेत ठीक है और क्या करें। तो किसानों की बात सरकार मानने को तैयार नहीं है। नहीं तो कोई 3 महीने तो वहाँ हो गए गाजीपुर बॉर्डर पर, सिंघू बॉर्डर पर किसानों को बैठे हुए, कोई सुनने को तैयार नहीं, कोई सुनवाई नहीं। किसान की तरफ कोई ध्यान ही नहीं दे रहा है, बल्कि और तो और ये प्रोपेगेंडा चला रखा है। यहाँ तक की बात है किसान की तो ज़मीन भी सरकार लेने के मूड में है। अब महंगाई बढ़ जाओ, जो हमारा तो नाश हो ही रहा, हम क्या करें और खेती करके बताओ क्या करें। ਉਧਰ ਮਾਨਹਾਨੀ ਕੇਸ ਦੇ ਵਿੱਚ ਵਿਕਰਮ ਮਜੀਠੀਆ ਅਤੇ ਆਮ ਆਦਮੀ ਪਾਰਟੀ ਆਮੋ ਸਾਹਮਣੇ ਨੇ ਅਤੇ ਬੀਤੇ ਦਿਨੀ ਲੁਧਿਆਣਾ ਦੇ ਵਿੱਚ ਹੋਈ ਪੇਸ਼ੀ ਦੇ ਦਰਮਿਆਨ ਵਿਕਰਮ ਮਜੀਠੀਆ ਅਤੇ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਪਹੁੰਚੇ ਨੇ। ਇਸ ਦਰਮਿਆਨ ਆਮੋ ਸਾਹਮਣੇ ਹੋਏ ਇਹਨਾਂ ਦੋਹਾਂ ਨੇ ਇੱਕ ਦੂਜੇ ਦੇ ਉੱਤੇ ਬਿਆਨਾਂ ਦੀਆਂ ਝੜੀਆਂ ਲਾ ਦਿੱਤੀਆਂ। ਵਿਕਰਮ ਮਜੀਠੀਆ ਨੇ ਬਿਆਨ ਦਿੰਦਿਆਂ ਵੱਖਰੀਆਂ ਗੱਲਾਂ ਕਹੀਆਂ ਅਤੇ ਉਧਰ ਦੂਜੇ ਪਾਸੇ ਸੰਜੇ ਸਿੰਘ ਨੇ ਵੀ ਵਿਕਰਮ ਮਜੀਠੀਆ ਦੀਆਂ ਗੱਲਾਂ ਦਾ ਜਵਾਬ ਦਿੱਤਾ। ਮੈਂ ਸੰਗਤ 'ਚ ਖਲੋ ਕੇ ਗੱਲ ਕਹੀ ਸੀ ਕਿ ਸੱਚ ਦੀ ਜਿੱਤ ਹੋਊ। ਤੁਸੀਂ ਹੈਰਾਨਗੀ ਹੈ ਕਿ ਮੈਂ ਇਹ ਕੇਸ ਜਿਹਦੇ 'ਚ ਸੰਜੇ ਸਿੰਘ ਮੁਜਰਮ ਨੇ, ਅਕਿਊਜ਼ਡ ਨੇ, ਉਹ ਬੜੀ ਰੌਲਾ ਤੁਹਾਡੇ ਅੱਗੇ ਪਾਉਂਦੇ ਸੀ ਵੱਡਾ ਬਾਹਰ ਨਿਕਲ ਕੇ, ਅੰਦਰ ਜਾ ਕੇ ਨਹੀਂ ਬਾਹਰ, ਕਿ ਮਜੀਠੀਏ ਨੇ ਇਹ ਕਰਤਾ, ਮਜੀਠੀਏ ਨੇ ਉਹ ਕਰਤਾ। ਤੇ ਮੈਂ ਇਹਨਾਂ ਨੂੰ ਇੱਕ ਵਾਰੀ ਬੋਲਿਆ, ਮੈਂ ਭਰਾਵਾ ਜੋ ਬਾਹਰ ਬੋਲਦਾ ਅੰਦਰ ਵੀ ਬੋਲ। 4 ਸਾਲ ਲੱਗ ਗਏ ਜੀ, ਅੱਜ 16 ਤੋਂ 21 ਆ ਗਈ, 5 ਸਾਲ ਬਲਕਿ 5 ਸਾਲਾਂ 'ਚ ਕੋਰਟ ਤੋਂ ਭੱਜ ਰਹੇ ਆ। ਕੇਜਰੀਵਾਲ ਨੂੰ ਪਰਦੇ ਪਾਤਾ, ਹੋਣਾ ਪੈਣਾ ਪੁੱਠਾ ਮਾਫੀ ਮੰਗਣੀ ਪਈ, ਇਹਨਾਂ ਦੇ ਸੱਜਣ ਨੂੰ ਮੰਗਣੀ ਪਈ। ਅੱਜ ਮੈਂ ਤੁਹਾਨੂੰ ਦੱਸਦਾ, ਸੱਚੇ ਪਾਤਸ਼ਾਹ ਤੋਂ ਡਰ ਕੇ, ਗੁਰੂ 'ਚ ਵਿਸ਼ਵਾਸ ਰੱਖਦੇ ਆ ਗੱਲ ਕਹਿਣਾ, ਡਰ ਕੇ ਕਹਿਣਾ ਕਿ ਜਿੱਤ ਸੱਚਾਈ ਦੀ ਹੋਊਗੀ। ਇਹ ਅੰਦਰ ਜਾਊਗਾ, ਇਹ ਬਚ ਨਹੀਂ ਸਕਦਾ ਜੇ ਗਲਤ ਗੱਲਾਂ ਕਰੂਗਾ। ਕਿਸੇ ਦੇ ਖਿਲਾਫ, ਕਿਸੇ ਦੀ ਇੱਜ਼ਤ ਦੇ ਖਿਲਾਫ ਡੈਫੇਮੇਟਰੀ, ਡੈਰੋਗੇਟਰੀ ਗੱਲਾਂ ਕਰਨੀਆਂ, ਔਰ ਫਿਰ ਜੇ ਤੁਹਾਡੀ ਲੱਤਾਂ 'ਚ ਜਾਨ ਹੈ, ਹਿੰਮਤ ਹੈ, अंदर आके भी करो ना, बाहर थोड़े सामने करनी का कोई मतलब नहीं, अंदर आके भज जाते। देखिए, मैं ये कहना चाहता हूँ कि विक्रम मजीठिया कोई अदालत नहीं है। वो अपने आप को न्यायालय समझ रहे हैं क्या? ये इस न्यायालय का अपमान है जहाँ पे मुकदमा चल रहा है। अगर वो मुझे कह रहे हैं कि वो मुझे जेल भेजेंगे, जेल भेजने, रिहा करने और इस केस में जीत होगी कि हार होगी ये न्यायालय तय करेगा, ये विक्रम मजीठिया थोड़ी तय करेंगे। उधर विक्रम मजीठिया ਅਤੇ ਸੰਜੇ ਸਿੰਘ ਦੇ ਕੇਸ ਦੇ ਵਿੱਚ ਵਕੀਲ ਕੀ ਕੁਝ ਕਹਿ ਰਹੇ ਨੇ ਉਹ ਸੁਣਦੇ ਹਾਂ। ਅੱਜ ਲਾਸਟ ਮੌਕਾ ਸੀ ਕ੍ਰਾਸ ਐਗਜ਼ਾਮੀਨੇਸ਼ਨ ਕਰਨ ਦਾ। ਇਹਨਾਂ ਨੇ ਅੱਜ ਫਿਰ ਕੋਈ ਨਾ ਕੋਈ ਬਹਾਨਾ ਲੱਭਿਆ ਟੂ ਡਿਰੇਲ ਦਾ ਕੇਸ, ਔਰ ਉਹ ਅੱਜ ਜੱਜ ਸਾਹਿਬ ਨਹੀਂ ਮੰਨੇ। ਇੱਕ ਫੋਟੋਕਾਪੀ ਪੁੱਟ ਕੀਤੀ ਜਿਹਦੀ ਐਵੀਡੈਂਸ਼ਰੀ ਵੈਲਿਊ ਕੁਝ ਵੀ ਨਹੀਂ, ਔਰ ਉਹ ਉਹਨਾਂ ਦਾ ਜਿਹੜਾ ਡਾਕੂਮੈਂਟ ਸੀ ਉਹ ਪੁੱਟ ਨਹੀਂ ਕਰਨ ਦਿੱਤਾ ਗਿਆ, ਔਰ ਉਹਨਾਂ ਨੂੰ ਲਿਬਰਟੀ ਦਿੱਤੀ ਗਈ ਕਿ ਜੇ ਤੁਸੀਂ ਚਾਹੁੰਦੇ ਹੋ ਤਾਂ ਡਿਫੈਂਸ 'ਚ ਲਿਆਇਓ। ਸੋ ਦ ਕੋਰਟ ਵਾਸ ਰੀਅਲੀ ਫੇਅਰ। ਉਹਨਾਂ ਨੇ ਕਿਹਾ ਜੀ ਸਾਨੂੰ ਇੱਕ ਹਫ਼ਤਾ ਦੇ ਦਿਓ, ਚੈਲੰਜ ਕਰਨਾ।
3 ਮੌਕੇ ਦਿੱਤੇ, 3 ਵਾਰ ਅੱਜ ਕੋਰਟ ਦਾ ਆਰਡਰ ਆਇਆ ਕਿ ਮੈਂ ਤੁਹਾਨੂੰ ਵਾਰਨ ਕਰ ਰਿਹਾ कि ਤੁਹਾਡੀ क्रॉस एग्जामिनेशन नील हो जाएगी। जो कुछ सरदार बिक्रम सिंह मजीठिया ने फिर लिखिया और कानून से उसे दायर कराया वो एविडेंस पढ़िया जाएगा, ਤੁਹਾਨੂੰ क्रॉस एग्जामिनेशन मौका नहीं मिलेगा। उन्होंने खुद आज किया कि साड़ी क्रॉस एग्जामिनेशन नील कर दो, सानू जो कुछ पुछना सी नहीं पुछना। इसका मतलब ये कि जो कुछ सरदार बिक्रम सिंह मजीठिया ने आज कोर्ट 'ਚ किया वो उन्होंने आज खुद उन्हें सच मान लिया। एनफोर्समेंट डायरैक्टरेट ਦੇ ਸਾਹਮਣੇ ਉਹਨਾਂ ਦੀ ਸਟੇਟਮੈਂਟ ਹੈਗੀ ਆ ਤੇ ਉਹ ਅਸੀਂ ਕੋਰਟ ਦੇ ਅੱਗੇ ਪੇਸ਼ ਕਰਨੀ ਹੈਗੀ ਆ। ਤੇ ਬਾਕੀ ਕੀ ਕਹਿੰਦੇ ਆ, ਹਿੰਦੁਸਤਾਨ ਦੇ ਵਿੱਚ देयर आर मैनी ਟੀਅਰਸ ਆਫ ਦਿਸ ਥਿੰਗ। ਜੇ ਸਾਡਾ ਕਦੀ ਵੀ ਕੈਨ ਆਲਵੇਜ਼ ਗੋ ਟੂ ਦੀ ਹਾਈ ਕੋਰਟ, ਬਟ ਡੈਫੀਨਿਟਲੀ ਜਿਹੜਾ ਡਾਕੂਮੈਂਟ ਹੈਗਾ ਸਾਡੇ ਕੋਲ ਉਹ ਵੀ ਹੈਵ ਅ ਡਾਕੂਮੈਂਟ ਇਨ ਹੈਂਡ ਐਂਡ ਵੀ ਹੈਵ ਟੂ ਪ੍ਰੋਡਿਊਸ ਦੈਟ। ਕਾਫੀ ਕ੍ਰਾਸ ਐਗਜ਼ਾਮੀਨੇਸ਼ਨ ਹੋ ਚੁੱਕਾ ਹੈ। ਇੱਕ ਪੁਆਇੰਟ ਹੈਗਾ ਉਹ ਵੀ ਅਸੀਂ ਡਾਕੂਮੈਂਟ ਪੇਸ਼ ਕਰਨਾ ਹੈ। ਉਹ ਅਸੀਂ ਡਾਕੂਮੈਂਟ ਡੈਫੀਨਿਟਲੀ ਮੈਨੂੰ ਪੂਰੀ ਉਮੀਦ ਆ, ਮੈਨੂੰ ਪੂਰੀ ਉਹ ਦੇਖੋ ਡਾਕੂਮੈਂਟ ਹੈਗਾ ਹੁਣ ਕੋਰਟ ਦਾ ਡਾਕੂਮੈਂਟ ਹੈਗਾ। ਜਿਹੜਾ ਕੋਰਟ ਦਾ ਡਾਕੂਮੈਂਟ ਹੁੰਦਾ ਹੈ ਉਹ ਭਾਵੇਂ ਫੋਟੋਕਾਪੀ ਹੋਵੇ, ਅਸੀਂ ਓਰੀਜਨਲ ਰਿਕਾਰਡ ਜਿਹੜੇ ਹੈਗੇ ਉਹ ਸਮਨ ਕਰਨੇ ਹੈਗੇ ਆ। ਤੇ ਉਹ ਕੀ ਕਹਿੰਦੇ ਵੀ ਹੈਵ ਅ ਡਾਕੂਮੈਂਟ ਐਂਡ ਵੀ ਆਰ ਓਨਲੀ ਫਾਈਟਿੰਗ, ਮੇਰੀ ਗੱਲ ਸੁਣੋ, ਵੀ ਆਰ ਓਨਲੀ ਫਾਈਟਿੰਗ ਦਿਸ ਕੇਸ ਔਨ ਡਾਕੂਮੈਂਟ। ਜਿਹੜਾ ਡਾਕੂਮੈਂਟ ਹੁੰਦਾ ਹੈ ਉਹ ਡਾਕੂਮੈਂਟ ਹੁੰਦਾ, ਕੋਰਟ ਦਾ ਡਾਕੂਮੈਂਟ ਹੁੰਦਾ ਹੈ। ਜੇ ਕਿਸੇ ਨੇ ਕੋਈ ਬਿਆਨ ਕਿਤੇ ਦਿੱਤਾ ਹੈਗਾ ਕੋਰਟ ਦੇ ਅੱਗੇ, ਐਨਫੋਰਸਮੈਂਟ ਡਾਇਰੈਕਟੋਰੇਟ ਦੇ ਅੱਗੇ, ਦੈਟ ਇਜ਼ ਅ ਮੈਟਰ ਆਫ ਰਿਕਾਰਡ। ਜੇਕਰ ਤੁਸੀਂ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹੋ ਤੇ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਕਿਸੇ ਕਿਸਮ ਦੇ ਯੂਟਿਊਬਰ ਹੋ, ਬਲੌਗਰ ਹੋ, ਜਾਂ ਫਿਰ ਤੁਸੀਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਵੱਖੋ ਵੱਖਰੇ ਤਰ੍ਹਾਂ ਦੇ ਆਪਣੇ ਵਿਚਾਰ ਰੱਖਦੇ ਹੋ, ਤਾਂ ਇਹ ਖਬਰ ਤੁਹਾਡੇ ਨਾਲ ਸੰਬੰਧਿਤ ਬਹੁਤ ਜ਼ਰੂਰੀ ਹੋ ਸਕਦੀ ਹੈ। ਕਿਉਂਕਿ ਹੁਣ ਜੇਕਰ ਤੁਸੀਂ ਕੋਈ ਵੀ ਹਿੰਸਕ ਚੀਜ਼ ਪਰੋਸਣ ਦੀ ਕੋਸ਼ਿਸ਼ ਕੀਤੀ ਆਮ ਲੋਕਾਂ ਨੂੰ, ਜਾਂ ਫਿਰ ਕਿਸੇ ਵੀ ਕਿਸਮ ਦੀਆਂ ਫੇਕ ਖਬਰਾਂ ਨੂੰ ਫੈਲਾਉਣ ਦੀ ਕੋਸ਼ਿਸ਼ ਕੀਤੀ, ਤਾਂ ਅਜਿਹੀਆਂ ਪੋਸਟਾਂ 24 ਘੰਟੇ ਦੇ ਵਿੱਚ ਡਿਲੀਟ ਹੋ ਜਾਇਆ ਕਰਨਗੀਆਂ। ਇਸ ਦੇ ਲਈ ਖਾਸ ਤੌਰ ਦੇ ਉੱਤੇ ਸੋਸ਼ਲ ਮੀਡੀਆ ਕੰਪਨੀਆਂ ਦੇ ਲਈ ਭਾਰਤ ਸਰਕਾਰ ਦੇ ਵੱਲੋਂ ਖਾਸ ਨਿਯਮ ਲਿਆਂਦੇ ਜਾ ਰਹੇ ਨੇ। ਇਹ ਕਾਨੂੰਨ 3 ਮਹੀਨਿਆਂ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਲਾਗੂ ਹੋ ਜਾਣਗੇ। ਇਸ ਨੂੰ ਲੈ ਕੇ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਸੋਸ਼ਲ ਮੀਡੀਆ ਦੇ ਉੱਤੇ ਸਕੰਜਾ ਕੱਸਣ ਦੇ ਲਈ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਇਸ ਦਰਮਿਆਨ ਉਹਨਾਂ ਦੇ ਨਾਲ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਵੀ ਮੌਜੂਦ ਰਹੇ ਨੇ। ਉਹਨਾਂ ਨੇ ਇਸ ਮੌਕੇ ਦੇ ਉੱਤੇ ਕਿਹਾ ਹੈ ਕਿ ਲਗਾਤਾਰ ਗਲਤ ਟਿੱਪਣੀਆਂ ਅਤੇ ਸੋਸ਼ਲ ਮੀਡੀਆ ਦੇ ਉੱਤੇ ਗਲਤ ਤਰੀਕੇ ਦੀਆਂ ਤਸਵੀਰਾਂ ਪਰੋਸੀਆਂ ਜਾ ਰਹੀਆਂ ਨੇ, ਜੋ ਕਿ ਦੇਸ਼ ਦੇ ਵਿੱਚ ਹਿੰਸਾ ਨੂੰ ਭੜਕਾਉਣ ਦੀ ਕੋਸ਼ਿਸ਼ ਹੈ ਤੇ ਅਜਿਹੀਆਂ ਖਬਰਾਂ ਦੇ ਉੱਤੇ ਹੁਣ ਸਕੰਜਾ ਕੱਸਿਆ ਜਾਵੇਗਾ। ਸਰਕਾਰ ਨੇ ਇਸ ਦੇ ਲਈ ਇੱਕ ਕਾਨੂੰਨ ਬਣਾਇਆ ਹੈ ਜੋ ਆਉਣ ਵਾਲੇ 3 ਮਹੀਨਿਆਂ ਦੇ ਵਿੱਚ ਲਾਗੂ ਹੋ ਜਾਵੇਗਾ। ਦੱਸ ਦਈਏ ਕਿ ਸੋਸ਼ਲ ਮੀਡੀਆ ਦੇ ਦਿਸ਼ਾ ਨਿਰਦੇਸ਼ਾਂ ਦੇ ਵਿੱਚ ਜੋ ਖਾਸ ਗੱਲ ਹੈ, ਸੋਸ਼ਲ ਮੀਡੀਆ ਕੰਪਨੀਆਂ ਨੂੰ ਚੀਫ ਕੰਪਾਈਲੈਂਸ ਆਫਿਸਰ ਤਾਇਨਾਤ ਕਰਨਾ ਪਏਗਾ। ਸਰਕਾਰ ਨੂੰ ਮਹੀਨਾਵਾਰ ਪਾਲਣਾ ਦੀ ਰਿਪੋਰਟ ਜਮ੍ਹਾਂ ਕਰਵਾਉਣੀ ਪਏਗੀ। ਔਰਤਾਂ ਵਿਰੁੱਧ ਅਪਮਾਨਜਨਕ ਪੋਸਟਾਂ ਨੂੰ 24 ਘੰਟੇ ਦੇ ਵਿੱਚ ਹਟਾਉਣਾ ਪਏਗਾ। ਇਸ ਤੋਂ ਪਹਿਲਾਂ ਦੱਸਿਆ ਜਾਏਗਾ ਕਿ ਇਤਰਾਜ਼ਯੋਗ ਪੋਸਟ ਕਿੱਥੋਂ ਆਈ ਹੈ, ਇਹ ਵੀ ਖਾਸ ਤੌਰ ਦੇ ਉੱਤੇ ਸਰਕਾਰ ਨੂੰ ਲਿਸਟ ਦੇਣੀ ਪਏਗੀ। ਸ਼ਿਕਾਇਤਾਂ ਦੇ ਨਿਪਟਾਰੇ ਦੇ ਲਈ ਪ੍ਰਬੰਧ ਕੀਤੇ ਜਾਣਗੇ। ਜੇ ਪਲੇਟਫਾਰਮ ਤੇ ਕੋਈ ਇਤਰਾਜ਼ਯੋਗ ਪੋਸਟ ਜਾਂ ਸਮੱਗਰੀ ਹੈ ਤਾਂ ਇਸ ਨੂੰ ਹਟਾਉਣਾ ਪਏਗਾ। ਜੇ ਸੋਸ਼ਲ ਮੀਡੀਆ ਕੰਪਨੀ ਕਿਸੇ ਉਪਭੋਗਤਾ ਦੀ ਪੋਸਟ ਨੂੰ ਮਿਟਾਉਂਦੀ ਜਾਂ ਪਾਬੰਦੀ ਲਾਉਂਦੀ ਹੈ ਤਾਂ ਉਪਭੋਗਤਾ ਇਸ ਦਾ ਕਾਰਨ ਸਮਝ ਸਕਦਾ ਹੈ ਅਤੇ ਉਸ ਤੋਂ ਪੁੱਛ ਵੀ ਸਕਦਾ ਹੈ ਤੇ ਕੰਪਨੀ ਨੂੰ ਇਹ ਦੱਸਣਾ ਵੀ ਪਵੇਗਾ। ਅਜਿਹੇ ਕੁਝ ਨਿਯਮ ਨੇ ਜੋ ਹੁਣ ਸੋਸ਼ਲ ਮੀਡੀਆ ਸਾਈਟਾਂ ਦੇ ਲਈ ਭਾਰਤ ਸਰਕਾਰ ਆਉਣ ਵਾਲੇ 3 ਮਹੀਨਿਆਂ ਦੇ ਵਿੱਚ ਲਿਆ ਰਹੀ ਹੈ। जो डिजिटल मीडिया पोर्टल्स है उनको भी अफवाह फैलाने का, झूठ फैलाने का यह अधिकार नहीं है, किसी को भी नहीं है। एज आई सेड, मीडिया फ्रीडम इज एब्सोल्यूट बट with responsible, reasonable restrictions, and that is the self restrictions of responsible, that is called responsible freedom. and उस फ्रीडम के दायरे में ये दोनों, और ये कानून एक ही है, आईटी का जो एमआईटी का कानून है उसी के अंदर जो बिजनेस रूल बदले मोदी जी ने, और ये जो कंटेंट वाला मुद्दा है खासकर मीडिया का और ओटीटी और डिजिटल मीडिया, इसका आईएनबी एडमिनिस्टर करेगी। बाकी जो इंटरमीडिएट प्लेटफॉर्म्स है उस पर का संज्ञान आईटी मिनिस्ट्री पहले जैसे कर रही है वैसे ही करेगी। उधर दिल्ली जल बोर्ड के मंत्री राघव चड्ढा ਦੇ ਵੱਲੋਂ केंद्र सरकार, हरियाणा सरकार ਅਤੇ VVMP ਨੂੰ ਇੱਕ ਚਿੱਠੀ ਲਿਖੀ ਗਈ ਹੈ, ਜਿਸ ਚਿੱਠੀ ਦੇ ਵਿੱਚ ਉਹਨਾਂ ਨੇ ਅਪੀਲ ਕੀਤੀ ਹੈ ਕਿ ਹਰਿਆਣੇ ਨੂੰ ਜਾਣ ਵਾਲਾ ਪਾਣੀ ਨਾ ਰੋਕਿਆ ਜਾਵੇ, ਕਿਉਂਕਿ ਗਰਮੀਆਂ ਦੇ ਮੌਸਮ ਦੇ ਦਰਮਿਆਨ ਪਾਣੀ ਦੀ ਮੰਗ ਬਹੁਤ ਵੱਧ ਜਾਂਦੀ ਹੈ। ਜੇਕਰ ਪਾਣੀ ਇਸ ਦਰਮਿਆਨ ਡਿਵਰਟ ਕੀਤਾ ਜਾਂਦਾ ਹੈ ਤਾਂ ਦਿੱਲੀ ਦੇ ਵਿੱਚ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਸਕਦਾ है। आप जैसा कि जानते हैं कि दिल्ली एक लैंडलॉक्ड शहर है, प्रदेश है, यानी कि
एक ऐसा प्रदेश जिसके चारों तरफ ज़मीन है, राज्य हैं और वो ज़मीन से घिरा हुआ है, यानी कि हमारी अपनी कोई वाटर बॉडी नहीं है। ये 4 सोर्सेज हैं। सबसे पहला यमुना नदी का पानी, दूसरा गंगा नदी का पानी, तीसरा रावी ब्यास नदी का पानी जो नंगल से होके आता है, और चौथा ग्राउंड वाटर यानी कि ज़मीन के नीचे जो पानी होता है उसे भी हम रिचार्ज करते हैं और फिर उसे निकाल कर घर घर तक दिल्ली में पहुंचाते हैं। इसमें से एक सोर्स जिसे ब्यास नदी का पानी मैं कह रहा हूं, जो नंगल से होते हुए आता है, वो सोर्स 25% यानी कि 25% दिल्ली की पानी की सप्लाई का होता है। 25% ऑफ वाटर सप्लाई। ये ब्यास नदी का पानी हमें बताया जा रहा है कि केंद्र सरकार दिल्ली में इस ब्यास नदी को पानी को आने से 1 महीने के लिए रोकने जा रही है। केंद्र सरकार कोई रिपेयर मेंटेनेंस का काम ऐसे समय करने जा रही है और कंप्लीट क्लोजर, ब्लाइंड क्लोजर करने जा रही है नंगल हाइडल चैनल का, जिसके चलते ब्यास नदी का पानी जो दिल्ली का 25% हिस्सा है टोटल वाटर सप्लाई का, वो बाधित हो जाएगा, प्रभावित हो जाएगा। यानी कि दिल्ली में 25% पानी की सप्लाई कम हो जाएगी अगर केंद्र सरकार इस नंगल हाइडल चैनल को बंद कर देती है। तो देखिए, हमने जो चिट्ठी लिखी, कोई भी सरकार और कोई भी व्यक्ति रिपेयर मेंटेनेंस के खिलाफ नहीं है। अगर भाखड़ा ब्यास मैनेजमेंट बोर्ड जो केंद्र सरकार के अधीन आने वाली शाखा है, जो पंजाब रीऑर्गेनाइजेशन एक्ट के तहत बनाई गई, अगर इसको मेंटेनेंस करना है तो ज़रूर करें, कोई मेंटेनेंस के खिलाफ नहीं है। लेकिन मेंटेनेंस करने का एक समय और एक तरीका होता है। आप ऐसे समय मेंटेनेंस करें जब दिल्ली में जल संकट आ जाए, और इस प्रकार से करें कि पूरा 232 MGD यानी कि लगभग 432 क्यूसेक पानी जो दिल्ली का 1/4 वाटर सप्लाई है वो बाधित हो जाए, रुक जाए, बंद हो जाए। तो ऐसे करेंगे तो देश की राजधानी में, राष्ट्रीय राजधानी में त्राहिमाम ਹੋ ਜਾਏਗਾ। ਪੰਜਾਬ ਨਗਰ ਨਿਗਮ ਦੀਆਂ ਚੋਣਾਂ ਦੇ ਦਰਮਿਆਨ ਵਧੀਆ ਨਤੀਜੇ ਪ੍ਰਾਪਤ ਕਰਨ ਤੋਂ ਬਾਅਦ ਅਕਾਲੀ ਦਲ ਹੁਣ ਸਰਗਰਮ ਦਿੱਲੀ ਦੇ ਵਿੱਚ ਨਜ਼ਰ ਆ ਰਿਹਾ ਹੈ, ਕਿਉਂਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਨੇ। ਕੁਝ ਸਮੇਂ ਬਾਅਦ ਉਹਨਾਂ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਇੱਕ ਵਾਰ ਫਿਰ ਤੋਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਉੱਤੇ ਆਪਣੀ ਪਾਰਟੀ ਦਾ ਦਬਦਬਾ ਕਾਇਮ ਕਰਨ ਦੀ ਕੋਸ਼ਿਸ਼ ਦੇ ਵਿੱਚ ਨੇ ਅਤੇ ਲਗਾਤਾਰ ਉਹਨਾਂ ਦੇ ਵੱਲੋਂ ਵੀ ਪ੍ਰਚਾਰ ਹੁਣ ਦਿੱਲੀ ਦੇ ਵਿੱਚ ਤੇਜ਼ ਕਰ ਦਿੱਤਾ ਗਿਆ। ਇਸ ਦੇ ਉੱਤੇ ਖਾਸ ਤੌਰ ਤੇ ਉੱਤੇ ਗੱਲਬਾਤ ਕੀਤੀ ਹੈ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ। ਕੀ ਕੁਝ ਕਹਿ ਰਹੇ ਹੋ ਸੁਣਦੇ ਹਾਂ। देखो, दिल्ली सिख गुरुद्वारा मैनेजमेंट कमेटी ਦੇ ਚੋਣ ਆ ਰਹੀ ਆ। ਸ਼੍ਰੋਮਣੀ ਅਕਾਲੀ ਦਲ ਕੁਦਰਤੀ ਤੌਰ ਤੇ ਇਹਦੀ ਤਿਆਰੀ 'ਚ ਹੈ। ਪਹਿਲਾਂ ਵੀ ਮਤਲਬ ਸ਼੍ਰੋਮਣੀ ਅਕਾਲੀ ਦਲ ਨੇ ਸੇਵਾ ਸੰਭਾਲੀ ਹੋਈ ਆ, ਔਰ ਸ਼੍ਰੋਮਣੀ ਅਕਾਲੀ ਦਲ ਦੀ ਕੋਸ਼ਿਸ਼ ਹੈ ਤੇ ਰਹੇਗੀ ਕਿ ਗੁਰਦੁਆਰਾ ਸਾਹਿਬਾਨਾਂ ਦਾ ਪ੍ਰਬੰਧ ਸੱਜੇ ਹੱਥਾਂ ਵਿੱਚ ਹੋਵੇ, ਔਰ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਿਹੜੀ ਆਸਥਾ ਹੈ ਗੁਰੂ ਨਾਨਕ ਨਾਮ ਲੇਵਾ ਦੀ, ਉਹ ਵੱਧਦੀ ਰਹੇ ਤੇ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧ ਨੂੰ ਸਹੀ ਤਰੀਕੇ ਨਾਲ ਚਲਾਇਆ ਜਾਵੇ ਤੇ ਆਮ ਲੋਕਾਂ ਦੀ ਸੇਵਾ ਭਾਵਨਾ ਨੂੰ ਪੂਰੀ ਤਰ੍ਹਾਂ ਕਾਇਮ ਰੱਖਿਆ ਜਾਵੇ। ਪਿਛਲੇ ਸਮੇਂ ਦੇ ਵਿੱਚ ਸਿੱਖ ਸਮਾਜ ਦੀ ਜਿਹੜੀ ਚਰਚਾ ਹੋਈ ਆ, ਭਾਵੇਂ ਕਰੋਨਾ ਦੇ ਸਮੇਂ ਸੇਵਾ ਕਰਕੇ ਜਾਂ ਹੋਰ ਕਿਸੇ ਕਿਸਮ ਦੀ ਆਫਤ ਜਦੋਂ ਆਈ ਤਾਂ ਸਿੱਖ ਸਮਾਜ ਨੇ ਲੰਗਰ ਵਰਤਾ ਕੇ, ਦਵਾਈਆਂ ਦੇ ਕੇ ਤੇ ਰਹਿਣ ਬਸੇਰੇ ਕਰਕੇ, ਔਰ ਈਵਨ ਕਿਸਾਨ ਸੰਘਰਸ਼ ਦੇ ਵਿੱਚ ਵੀ ਮਤਲਬ ਅਹਿਮ ਯੋਗਦਾਨ ਪਾ ਕੇ ਇੱਕ ਆਪਣੀ ਵਿਸ਼ੇਸ਼ ਥਾਂ ਸੇਵਾ ਕਰਨ ਦੀ ਜਿਹੜੀ ਹੈ ਉਹ ਕਾਇਮ ਰੱਖੀ ਆ। ਉਧਰ ਹੁਣ ਪੰਜਾਬ ਦਾ ਮੌਸਮ ਵੀ ਲਗਾਤਾਰ ਕਰਵਟ ਲੈਂਦਾ ਜਾ ਰਿਹਾ ਹੈ। ਇਸ ਪੰਜਾਬ ਦੇ ਬਦਲਦੇ ਮੌਸਮ ਦੇ ਵਿੱਚ ਹੁਣ ਲਗਾਤਾਰ ਤਾਪਮਾਨ ਵਧਦਾ ਜਾ ਰਿਹਾ ਹੈ। ਜੇਕਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ ਮੰਨੀਏ ਤਾਂ ਮੌਸਮ ਵਿਭਾਗ ਦਾ ਕਹਿਣਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਲਕੀ ਮੀਂਹਬਾਰੀ ਦੀ ਵੀ ਹੋ ਸਕਦੀ ਹੈ ਤੇ ਨਾਲ ਹੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਬੀਤੇ ਦਿਨਾਂ ਤੋਂ ਹੁਣ ਤੱਕ 7 ਡਿਗਰੀ ਤੱਕ ਤਾਪਮਾਨ ਦੇ ਵਿੱਚ ਵਾਧਾ ਹੋਇਆ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਮੌਸਮ ਪੂਰੀ ਤਰ੍ਹਾਂ ਕਰਵਟ ਲੈ ਜਾਏਗਾ ਤੇ ਪੰਜਾਬ ਦੇ ਵਿੱਚ ਗਰਮੀਆਂ ਦੇ ਵਿੱਚ ਹੁਣ ਮੌਸਮ ਪੈਰ ਰੱਖਦਾ ਜਾ ਰਿਹਾ ਹੈ। ਪਿਛਲੇ ਦਿਨੋਂ ਫਰਵਰੀ ਮਹੀਨੇ ਦੇ ਵਿੱਚ ਬਹੁਤ ਜ਼ਿਆਦਾ ਟੈਂਪਰੇਚਰ ਲੋ ਰਹੇ, ਫੌਗੀ ਵੈਦਰ ਵੀ ਰਿਹਾ, ਪਰ ਹੁਣ ਸਕਾਈ ਕੰਡੀਸ਼ਨਸ ਕਲੀਅਰ ਹੋਣ ਨਾਲ ਟੈਂਪਰੇਚਰ 'ਚ ਇੱਕਦਮ ਵਾਧਾ ਆਇਆ ਹੈ। ਲੁਧਿਆਣਾ ਵਿਖੇ ਸਾਡੀ ਆਬਜ਼ਰਵੇਟਰੀ 'ਚ ਕੱਲ੍ਹ ਦਿਨ ਦਾ ਤਾਪਮਾਨ 30.2 ਰਿਕਾਰਡ ਕੀਤਾ ਗਿਆ
ਜਿਹੜਾ ਕਿ ਕਾਫੀ ਹਾਈ ਹੈਗਾ ਹੈ। ਨਾਲ ਦੇ ਨਾਲ ਰਾਤ ਦੇ ਤਾਪਮਾਨ 'ਚ ਵੀ ਵਾਧਾ ਆਇਆ, ਪਰ ਜਿਹੜੀ ਹੁਣ ਫੋਰਕਾਸਟ ਆਈ ਹੈ ਕਲਾਊਡ ਕੰਡੀਸ਼ਨਸ ਇਹ ਦੱਸਦੀਆਂ ਕਿ ਇੱਕ ਲੋ ਪ੍ਰੈਸ਼ਰ ਸਿਸਟਮ ਆ ਰਿਹਾ ਹੈ, ਜਿਹਦੇ ਨਾਲ ਹਾਲਾਂਕਿ ਪੰਜਾਬ ਦੇ ਵਿੱਚ ਕੋਈ ਜ਼ਿਆਦਾ ਬਾਰਿਸ਼ ਦੀ ਫੋਰਕਾਸਟ ਨਹੀਂ ਹੈ, ਹਲਕੀ ਬੂੰਦਾਬਾਂਦੀ ਕੁਛ ਇੱਕ ਥਾਵਾਂ 'ਤੇ ਹੋ ਸਕਦੀ ਹੈ। ਉਹਨਾਂ ਵਿੱਚ ਆਪਣੇ ਜਿਹੜੇ ਪ੍ਰਮੁੱਖ ਨਰਦਰਨ ਜਾਂ ਸੈਂਟਰਲ ਡਿਸਟ੍ਰਿਕਟਸ ਹੈ, ਜਿਸ 'ਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਲੁਧਿਆਣਾ, ਜਲੰਧਰ ਜਾਂ ਫਤਿਹਗੜ੍ਹ, ਇਹਨਾਂ ਥਾਵਾਂ 'ਤੇ 26 ਅਤੇ 27 ਫਰਵਰੀ ਨੂੰ ਥੋੜ੍ਹੀ ਬਹੁਤੀ ਬਾਰਿਸ਼ ਦੀ ਫੋਰਕਾਸਟ ਹੈਗੀ ਹੈ ਕਿਤੇ ਕਿਤੇ, ਜਾਂ ਬੱਦਲਬਾਈ ਵਾਲਾ ਮੌਸਮ ਰਹੇਗਾ। ਇਹਦੇ ਨਾਲ ਇਹ ਹੈ ਕਿ ਪਿਛਲੇ 2-3 ਦਿਨਾਂ 'ਚੋਂ ਟੈਂਪਰੇਚਰਸ ਜਿਹੜਾ ਇੱਕਦਮ ਵਾਧਾ ਆ ਰਿਹਾ ਸੀ, ਸਾਨੂੰ ਸਾਰਿਆਂ ਨੂੰ ਬੜੀ ਗਰਮੀ ਮਹਿਸੂਸ ਹੋਣ ਲੱਗ ਪਈ ਸੀ, ਉਹਦੇ 'ਚ ਥੋੜ੍ਹੀ ਜਿਹੀ ਰਾਹਤ ਮਿਲੇਗੀ। ਪਰ ਜਦੋਂ ਇਹ ਸਿਸਟਮ ਕ੍ਰਾਸ ਕਰ ਜਾਏਗਾ ਉਹਦੇ ਬਾਅਦ ਫਿਰ ਟੈਂਪਰੇਚਰਸ ਵਧਣ ਦੀ ਪ੍ਰੈਡਿਕਸ਼ਨ ਹੈਗੀ ਹੈ। ਸਾਡੇ ਸਮਾਜ ਦੇ ਵਿੱਚ ਜਾਨਵਰਾਂ ਦੀਆਂ ਕਈ ਅਜਿਹੀਆਂ ਪ੍ਰਜਾਤੀਆਂ ਨੇ ਜੋ ਹੁਣ ਤੱਕ ਅਲੋਪ ਹੋ ਚੁੱਕੀਆਂ ਨੇ ਜਾਂ ਕਈ ਅਲੋਪ ਹੋਣ ਦੇ ਕਿਨਾਰੇ ਤੇ ਉੱਤੇ ਨੇ। ਇਹਨਾਂ ਅਲੋਪ ਹੋ ਰਹੀਆਂ ਪ੍ਰਜਾਤੀਆਂ ਨੂੰ ਰੋਕਣ ਦੇ ਲਈ ਸਰਕਾਰ ਦੇ ਵੱਲੋਂ ਵੀ ਲਗਾਤਾਰ ਯਤਨ ਕੀਤੇ ਜਾਂਦੇ ਨੇ ਤੇ ਕਈ ਸਮਾਜ ਸੇਵੀ ਅਤੇ ਜਾਨਵਰਾਂ ਨੂੰ ਪਿਆਰ ਕਰਨ ਵਾਲੀਆਂ ਸੰਸਥਾਵਾਂ ਦੇ ਵੱਲੋਂ ਵੀ ਇਹਨਾਂ ਜਾਨਵਰਾਂ ਦੀ ਪ੍ਰਜਾਤੀ ਨੂੰ ਬਚਾਉਣ ਦੇ ਲਈ ਸਮੇਂ-ਸਮੇਂ ਦੇ ਉੱਤੇ ਵੱਖ-ਵੱਖ ਰਿਸਰਚ ਪੇਪਰ ਜਾਰੀ ਕੀਤੇ ਜਾਂਦੇ ਨੇ, ਰਿਸਰਚਾਂ ਹੁੰਦੀਆਂ ਨੇ ਜਾਂ ਇਹਨਾਂ ਦੀ ਸਾਂਭ ਸੰਭਾਲ ਦੇ ਲਈ ਪ੍ਰਬੰਧ ਕੀਤੇ ਜਾਂਦੇ ਨੇ। ਇਸੇ ਦੇ ਚੱਲਦਿਆਂ ਲਗਾਤਾਰ ਦੇਸ਼ ਦੇ ਵਿੱਚ ਗਧਿਆਂ ਦੀ ਸੰਖਿਆ ਘਟਦੀ ਜਾ ਰਹੀ ਹੈ। ਗਧਿਆਂ ਦੀ ਸੰਖਿਆ ਨੂੰ ਫਿਰ ਤੋਂ ਵਧਾਉਣ ਦੇ ਲਈ ਅਤੇ ਇਸ ਪ੍ਰਜਾਤੀ ਨੂੰ ਅਲੋਪ ਹੋਣ ਤੋਂ ਬਚਾਉਣ ਦੇ ਲਈ ਖਾਸ ਤੌਰ ਦੇ ਉੱਤੇ ਬਰੌਕ ਇੰਡੀਆ ਮੀਡੀਆ ਦੇ ਵੱਲੋਂ ਇੱਕ ਪ੍ਰੈਸ ਵਾਰਤਾ ਕੀਤੀ ਗਈ ਹੈ, ਜਿਸ ਪ੍ਰੈਸ ਵਾਰਤਾ ਦੇ ਵਿੱਚ ਉਹਨਾਂ ਹੁਣ ਤੱਕ ਦੀ ਆਪਣੀ ਰਿਸਰਚ ਨੂੰ ਲੈ ਕੇ ਵੀ ਗੱਲਬਾਤ ਕੀਤੀ ਹੈ। ਉਹਨਾਂ ਦਾ ਕਹਿਣਾ ਸੀ ਕਿ ਗਧਾ ਇਸ ਵਕਤ ਸਭ ਤੋਂ ਸਮਝਦਾਰ ਜਾਨਵਰ ਮੰਨਿਆ ਜਾਂਦਾ है। एक्चुअली ये वर्कशॉप कराई जा रही है टू ब्रेक द स्टीरियोटाइप्स ऑफ डंकीज़। जनरली जो कॉमन पीपल में जो आम लोगों में ये धारणा कि डंकी एक बहुत ही मूर्ख जानवर है, बहुत आलसी जानवर है, और वो मतलब उसको एक टैग किया गया कि ये बिल्कुल बेकार यूजलेस जानवर है। बट इट्स नॉट लाइक दैट। इट इज़ ए मिस इंटरप्रिटेशन ऑफ दी डंकी एज एन एनिमल। मतलब ये एक बहुत ही गलत धारणा है लोगों के बीच में। डंकी बहुत ही स्मार्ट, इंटेलिजेंट और बहुत ही मेहनती पशु है। तो हम एक आम लोगों में ये धारणा को तोड़ने के लिए और लोगों में उसके बारे में अवेयरनेस क्रिएट करने के लिए, और जो मीडिया ये मीडिया वर्कशॉप है, हमने मीडिया हाउसेस को बुलाया है ताकि वो इस डंकी के बारे में जाने ज़्यादा से ज़्यादा, और डंकी के बारे में जो आम धारणा जो आम लोगों में गलत धारणा बनी हुई है उसके बारे में वो अपने उसको इंक्लूड करे और लोगों में जागरूकता फैलाए कि डंकी एक बहुत ही समझदार और बहुत ही मेहनती पशु है, और हमें उसके रखरखाव के बारे में, उसके वेलफेयर के बारे में लोगों को जागरूक करना चाहिए ताकि उनकी संख्या बढ़े। और आपको पता होगा कि भारत में और पूरे वर्ल्ड में धीरे धीरे डंकी की पॉपुलेशन कम हो रही है क्योंकि इसका स्मगलिंग हो रहा है, क्योंकि इसका जो डंकी का जो स्किन है वो एक चाइनीज़ मेडिसिन है इजाओ, उसमें बनाने में इसका प्रयोग हो रहा है। इसलिए डंकी का काफ़ी स्मगलिंग हो रहा है थ्रू आउट द वर्ल्ड, और उससे धीरे धीरे डंकी की पॉपुलेशन कम हो रही है। पंजाब इस वेले दे विच फिलहाल ਲਈ ਨਹੀਂ, ਫਿਰ ਮੁੜ ਹਾਜ਼ਰ ਹੁੰਨੇ ਆ ਨਵੀਆਂ ਤੇ ਤਾਜ਼ਾ ਅਪਡੇਟਸ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।